ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। हम अवगन भरे एक गुण नाही, अमृत छाड़ बिख बिख खाई। माया मोह भरम पै भूले, सुत दारा स्यो प्रीत लगाई। एक उत्तम पंथ सुनियो गुर संगत, तेह मलंत जम त्रास मटाई। एक अरदास पाठ कीरत की, गुरु रामदास राखो सरनाई। एक अरदास पाठ कीरत की, गुरु रामदास राखो सरनाई। वाहिगुरु जी। सोरठ घर तीजा, अणमड़िया मंदल बाजै। बिन सावन घन हर गाजै, अणमड़िया मंदल बाजै। बिन सावन घन हर गाजै। बादल बिन बरखा होई, जो तत विचारै कोई। मौका मिलियो राम सनेही, जेह मिलिया देह सुदेही। रहाओ मिल पारस कंचन होया, मुख मन सार तन परोया। निज भाओ भया भ्रम भागा, गुर पूछे मन पति आगा। जल भीतर कुंभ समान्या, सब राम एक कर जानिया। गुर चेले है मन मानिया, जन नाम तत पछानिया। जल भीतर कुंभ समानिया, सब राम
ਏਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ। ਜਨ ਨਾਮੈ ਤਤ ਪਛਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ। ਨਗਰ ਚੋਟੀਆਂ ਰਾਤਰੀ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠ ਕੇ ਦਾਸ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਦੀ ਅੰਮ੍ਰਿਤਮਈ ਰਸਨਾ ਤੋਂ ਸੋਦਰ ਰਹਿਰਾਸ ਦੇ ਪਾਠ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ, ਅਮੋਲਕ ਸਮੇਂ ਨੂੰ ਸਫਲ ਬਣਾਉਣ ਦਾ ਮਹਾਨ ਉਪਰਾਲਾ, ਮਹਾਨ ਯਤਨ ਕਰ ਰਹੇ ਸੀ। ਸ਼੍ਰੋਮਣੀ ਭਗਤ ਨਾਮਦੇਵ ਜੀ ਉਹਨਾਂ ਦਾ ਪਾਵਨ ਪਵਿੱਤਰ ਸ਼ਬਦ ਸੋਰਠ ਰਾਗ ਦੇ ਵਿੱਚ 657 ਅੰਗ ਦੇ ਉੱਪਰ ਸੁਸ਼ੋਭਿਤ ਹੈ। ਇਹ ਪਾਵਨ ਪਵਿੱਤਰ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ। ਸੋਰਠ ਰਾਗ ਘਰ ਤੀਜਾ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਕਿਤੇ ਘਰ ਪਹਿਲਾ, ਕਿਤੇ ਘਰ ਦੂਜਾ, ਕਿਤੇ ਘਰ ਤੀਜਾ। ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਹਨ। ਇਹਦਾ ਅਰਥ ਇਹ ਆ, ਘਰ ਤੀਜਾ, ਘਰ ਪਹਿਲਾ, ਘਰ ਦੂਜਾ। ਕਿਉਂਕਿ ਜਿਹੜੀ ਬਾਣੀ ਆ
ਇਹ ਸਤਿਗੁਰਾਂ ਨੇ ਰਾਗਾਂ ਦੇ ਵਿੱਚ ਉਚਾਰਨ ਕੀਤੀ ਆ। ਜੋ ਮੁੱਢਲੀ ਰਹੁ ਰੀਤੀ ਮਰਜ਼ਾਦਾ ਨਿਯਮ ਹੈ ਉਹ ਤਾਂ ਇਹੀ ਆ ਕਿ ਰਾਗੀ ਸਿੰਘ ਰਾਗਾਂ ਦੇ ਵਿੱਚ ਕੀਰਤਨ ਕਰਨ। ਬਹੁਤ ਰਾਗੀ ਸਿੰਘ ਸਤਿਕਾਰਯੋਗ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ, ਪਰ ਕਈ ਸਤਿਕਾਰਯੋਗ ਰਾਗੀ ਰੀਤਾਂ ਦੇ ਵਿੱਚ ਕੀਰਤਨ ਕਰਦੇ ਹਨ ਜੋ ਗੁਰੂ ਸਾਹਿਬ ਵੱਲੋਂ ਹੁਕਮ ਨਹੀਂ। ਰਾਗਾਂ ਦੇ ਵਿੱਚ ਬਾਣੀ ਉਚਾਰਨ ਗਈ ਹੈ ਤੇ ਰਾਗਾਂ ਵਿੱਚ ਹੀ ਹੁਕਮ ਹੈ। ਘਰ ਤੀਜਾ ਰਾਗੀ ਸਿੰਘਾਂ ਨੂੰ ਹੁਕਮ ਆ ਕਿ ਤੀਜੇ ਸੁਰ ਤਾਲ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਗਾਇਨ ਕਰਨ। ਅਣਮੜਿਆ ਮੰਦਲ ਬਾਜੈ। ਭਗਤ ਨਾਮਦੇਵ ਜੀ ਦਾ ਜਿਹੜਾ ਸ਼ਬਦ ਹੈ ਇਹਦੀ ਵਿਆਖਿਆ ਦਾਸ ਕਰ ਦੇਵੇਗਾ, ਤੁਸੀਂ ਸੁਣ ਲਵੋਗੇ। ਸ਼ਬਦਾਂ ਦੇ ਅਰਥ ਕਰਦੇ ਨੇ। ਪਾਵਨ ਪਵਿੱਤਰ ਪੰਕਤੀਆਂ ਦੇ ਅਰਥ ਕਰਦੇ ਨੇ। ਇਹ ਕੁਝ ਵੱਖਰੀ ਗੱਲ ਆ ਗੁਰਮੁਖ ਪਿਆਰਿਓ, ਪਰ ਇੱਕ ਗੱਲ ਚੇਤੇ ਰੱਖਿਓ, ਜਿਹੜਾ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ ਇਹਦੀ ਬੋਲਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ, ਅੱਖਰਾਂ ਦੇ ਰਾਹੀਂ ਵਿਆਖਿਆ ਤਾਂ ਹੋ ਸਕਦੀ ਆ। ਵਿਆਖਿਆ ਆਪਾਂ ਕਰਾਂਗੇ। ਵਿਦਵਾਨਾਂ ਨੇ ਵਿਆਖਿਆ ਕੀਤੀ, ਗੁਣੀ ਗਿਆਨੀ ਜਿਨ੍ਹਾਂ ਨੇ ਟੀਕੇ ਕੀਤੇ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਉਹਨਾਂ ਨੇ ਵਿਆਖਿਆ ਕੀਤੀ, ਅਰਥ ਕਰ ਦਿੱਤੇ। ਪਰ ਪ੍ਰੈਕਟੀਕਲ ਜਿਹੜੀ ਇਸ ਸ਼ਬਦ ਦੀ ਵਿਆਖਿਆ ਕੱਲੀ ਇਸ ਸ਼ਬਦ ਦੀ ਨਹੀਂ। ਮੈਂ ਹੁਣ ਬੇਨਤੀ ਕਰਦਾ, ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਜਿੰਨੀ ਬਾਣੀ ਆ ਨਾ, ਇਹ ਅਗੰਮੀ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼ ਆ, ਅਕਾਲ ਪੁਰਖ ਦੀ ਆਵਾਜ਼ ਹੈ। ਇਹ ਆਵਾਜ਼ ਉੱਥੋਂ ਆਈ ਹੈ ਜਿੱਥੇ ਕੋਈ ਆਵਾਜ਼ ਨਹੀਂ, ਜਿੱਥੇ ਚੁੱਪ ਹੈ। ਇਹ ਆਵਾਜ਼ ਉੱਥੋਂ ਆਈ ਹੈ ਜਿੱਥੇ ਰੂਪ ਨਹੀਂ, ਰੰਗ ਨਹੀਂ, ਆਕਾਰ ਨਹੀਂ, ਭੇਦ ਨਹੀਂ, ਚਿੰਨ੍ਹ ਨਹੀਂ। ਗੁਰਬਾਣੀ ਦੀ ਵਿਆਖਿਆ ਕਈ ਵਾਰ ਆਪਾਂ ਕਹਿੰਦੇ ਆ, ਵਿਦਵਾਨਾਂ ਦੇ ਕੋਲੋਂ ਸੁਣਦੇ ਆ, ਗੁਣੀ ਗਿਆਨੀ ਜਿਹੜੇ ਸਤਿਪੁਰਸ਼ ਨੇ ਉਹ ਕਹਿੰਦੇ ਨੇ ਕਿ ਗੁਰਬਾਣੀ ਦੀ ਵਿਆਖਿਆ ਨਹੀਂ ਹੋ ਸਕਦੀ। ਤੁਸੀਂ ਵੀ ਹੈਰਾਨ ਹੋਵੋਗੇ, ਮੈਂ ਵੀ ਹੈਰਾਨ ਹੋਵਾਂਗਾ, ਪਰ ਇੱਕਦਮ ਇਹ ਗੱਲ ਸਮਝ ਵਿੱਚ ਨਹੀਂ ਆਉਣੀਗੀ। ਉਹ ਕਿਵੇਂ? ਤੁਸੀਂ ਕਹੋਗੇ ਵੀ ਵਿਆਖਿਆ ਨਹੀਂ ਹੋ ਸਕਦੀ, ਤੇ ਵਿਆਖਿਆ ਤੇ ਹੋ ਹੀ ਜਾਂਦੀ ਹੈ। ਜਿਵੇਂ ਇੱਕ ਓੰਕਾਰ ਆ, ਇਹਦੇ ਮੈਂ ਅਰਥ ਕਰ ਦੇਵਾਂਗਾ, ਗੁਣੀ ਗਿਆਨੀ ਅਰਥ ਕਰ ਦੇਣਗੇ। ਸਤਨਾਮ ਕਰਤਾ ਪੁਰਖ, ਇਹਦੇ ਅਰਥ ਹੋ ਜਾਣਗੇ। ਤੁਸੀਂ ਕਹੋਗੇ ਵੀ ਵਿਆਖਿਆ ਤੇ ਹੋ ਗਈ ਹੈ। ਇੱਕ ਪਾਸੇ ਕਹਿ ਰਹੇ ਆ ਵਿਆਖਿਆ ਹੋ ਰਹੀ ਹੈ, ਦੂਜੇ ਪਾਸੇ ਕਹਿੰਦੇ ਆ ਵੀ ਵਿਆਖਿਆ ਹੋ ਹੀ ਨਹੀਂ ਸਕਦੀ। ਉਹਦਾ ਕਾਰਨ ਕੀ ਹੈ? ਕੋਈ ਕਾਰਨ ਤਾਂ ਹੋਵੇਗਾ ਨਾ। ਸੁਣਿਓ ਧਿਆਨ ਨਾਲ। ਗੁਰਬਾਣੀ ਦੀ ਵਿਆਖਿਆ
ਸ਼ਬਦਾਂ ਦੇ ਨਾਲ ਬੋਲਾਂ ਦੇ ਨਾਲ ਹੋ ਸਕਦੀ ਆ, ਪਰ ਸੀਮਤ ਹੈ, ਹੱਦ ਬੰਨਾ ਹੈ। ਜਿੱਥੋਂ ਬਾਣੀ ਆਈ ਆ ਭਾਖਿਆ ਭਾਵੋ ਅਪਾਰ। ਜਿੱਥੋਂ ਇਹ ਸ਼ਬਦ ਆਏ ਆ ਨਾ, ਉੱਥੇ ਸ਼ਬਦ ਨਹੀਂ ਗਏ, ਉੱਥੇ ਬੋਲ ਨਹੀਂ ਗਏ, ਉੱਥੇ ਅੱਖਰ ਨਹੀਂ ਗਏ। ਮੈਂ 52 ਅੱਖਰੀ ਪੜ੍ਹੀ, ਉਹਦੇ ਵਿੱਚ ਬਚਨ ਆਏ 52 ਅੱਖਰੀ ਪੜ੍ਹਦੇ ਆ। ਹਜੂਰ ਦੇ ਬਚਨ ਮਹਾਰਾਜ ਕਹਿਣ ਲੱਗੇ 52 ਅੱਖਰ ਲੋਕ ਤਰੈ, ਸਭ ਕੁਛ ਇਨ ਹੀ ਮਾਹੇ। 52 ਦਾ ਅਰਥ ਆ ਵੀ 52, ਤਰੈ ਦਾ ਅਰਥ ਆ ਵੀ ਤਿੰਨਾਂ ਲੋਕਾਂ ਦੇ ਵਿੱਚ। 52 ਅੱਖਰ ਲੋਕ ਤਰੈ, ਸਭ ਕੁਛ ਇਨ ਹੀ ਮਾਹੇ। ਸਾਰਾ ਕੁਝ ਅੱਖਰਾਂ ਦੇ ਵਿੱਚ। ਆਪਾਂ ਨੂੰ ਵੀ ਪਤਾ ਵੀ ਅੱਖਰਾਂ ਕਰਕੇ ਬੋਲਿਆ ਜਾਂਦਾ, ਅੱਖਰਾਂ ਕਰਕੇ ਜਾਣ ਪਛਾਣ, ਅੱਖਰਾਂ ਕਰਕੇ ਆਵਾਜ਼ ਮਾਰਦੇ ਆ। ਫਲਾਨਿਆ ਕੀ ਹਾਲ ਹੈ, ਕੀ ਗੱਲਬਾਤ ਹੈ, ਉਹਨੂੰ ਆਵਾਜ਼ ਮਾਰੀ, ਉਹਦਾ ਨਾਮ ਸੀ ਫਲਾਨਾ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਕੁਝ ਵੀ ਨਾਮ ਆਪਾਂ ਕਹਿੰਦੇ ਆ, ਪਰ ਉਹ ਅੱਖਰਾਂ ਕਰਕੇ ਜਾਣ ਪਛਾਣ ਹੈ ਨਾ। ਜੇ ਅੱਖਰ ਹੈ ਤੇ ਜਾਣ ਪਛਾਣ ਹੈ। ਇੱਥੋਂ ਸ੍ਰੀ ਮੁਕਤਸਰ ਸਾਹਿਬ ਜਾਣਾ ਹੋਵੇ, ਪਹਿਲਾਂ ਭਲਾਈਆਂ ਨਾਲ ਜਾਵਾਂਗੇ, ਭਲਾਈਆਂ ਨੇ ਤੁਗਾਂ ਬੋਰਡ ਲੱਗਿਆ ਹੋਣਾ, ਸਿੱਧਾ ਦੋਦਾ, ਦੋਦੇ ਤੋਂ ਸ੍ਰੀ ਮੁਕਤਸਰ ਸਾਹਿਬ। ਇਹ ਅੱਖਰਾਂ ਨੇ ਪਹਿਚਾਣ ਦਿੱਤੀ, ਪਛਾਣ ਦਿੱਤੀ। ਅੱਖਰਾਂ ਦੀ ਪਛਾਣ ਹੈ। ਅੱਖਰਾਂ ਕਰਕੇ, ਕਿਉਂਕਿ ਪਸ਼ੂ ਜਿਹੜੇ ਆ, ਜਾਨਵਰ, ਉਹਨਾਂ ਕੋਲੇ ਅੱਖਰ ਨਹੀਂ, ਉਹਨਾਂ ਕੋਲੇ ਸ਼ਬਦ ਨਹੀਂ, ਉਹਨਾਂ ਕੋਲੇ ਬੋਲ ਨਹੀਂ, ਇਸ ਕਰਕੇ ਉਹਨਾਂ ਨੇ ਤਰੱਕੀ ਨਹੀਂ ਕੀਤੀ। ਮਹਾਰਾਜ ਕਹਿੰਦੇ 52 ਅੱਖਰ ਲੋਕ ਤਰੈ, ਸਭ ਕੁਛ ਇਨ ਹੀ ਮਾਹੇ। ਇਹ ਅੱਖਰ ਖਰ ਜਾਹੇਂਗੇ, ਓਏ ਅੱਖਰ ਇਨ ਮੈਂ ਨਾਹੇ। ਕਹਿੰਦੇ ਇਹ ਅੱਖਰ ਤੇ ਨਾਸ਼ਵੰਤ ਹੈ। ਇਹ ਲੰਮੀ ਵਿਚਾਰ ਹੋ ਜਾਣੀ ਆ, ਫਿਰ ਆਪਾਂ ਕਿਸ ਦਿਨ ਵਿਚਾਰ ਕਰਾਂਗੇ ਵੀ ਸ਼ਬਦ ਗੁਰੂ ਕਿਉਂ ਹੈ। ਨਾਲੇ ਕਹਿੰਦੇ ਵੀ ਇਹ ਅੱਖਰ ਖਰ ਜਾਹੇਂਗੇ, ਜਿਹੜੇ ਇਹ ਅੱਖਰ ਆ ਇਹ ਨਾਸ਼ ਹੋ ਜਾਣਗੇ, ਪਰ ਅੱਖਰਾਂ ਤੋਂ ਬਿਨਾ ਪਹੁੰਚਿਆ ਵੀ ਨਹੀਂ ਜਾਣਾ ਮੰਜ਼ਿਲ ਤੇ। ਅੱਖਰ ਨੇ ਇਸ਼ਾਰਾ ਦਿੱਤਾ, ਅੱਖਰ ਨੇ ਕਿਹਾ ਦੋਦੇ ਤੋਂ ਭਲਾਈਆਂ ਨਾ ਜਾਣਾ, ਤੇ ਭਲਾਈ ਆਣੇ ਤੋਂ ਸ੍ਰੀ ਮੁਕਤਸਰ ਸਾਹਿਬ ਜਾਣਾ। ਤੇ ਮੁਕਤਸਰ ਸਾਹਿਬ ਆਪਣੀ ਮਾਨੋ ਕਿ ਮੰਜ਼ਿਲ ਹੈ, ਜਾਂ ਇੱਧਰ ਨੂੰ ਬਠਿੰਡੇ ਵੱਲ ਜਾਣਾ। ਉਹ ਅੱਖਰਾਂ ਨੇ ਇਸ਼ਾਰਾ ਦਿੱਤਾ, ਅੱਖਰਾਂ ਦੇ ਰਾਹੀਂ ਅਸੀਂ ਮੰਜ਼ਿਲ ਤੇ ਪਹੁੰਚ ਗਏ। ਪਰ ਜਦੋਂ ਪਹੁੰਚ ਗਏ ਮੰਜ਼ਿਲ ਤੇ, ਅੱਖਰ ਤੇ ਪਿੱਛੇ ਰਹਿ ਗਏ ਨਾ। ਹੁਣ ਲਿਜਾਣ ਵਾਲੇ ਵੀ ਅੱਖਰ ਹੈ, ਲਿਜਾਣ ਵਾਲਾ ਵੀ ਸ਼ਬਦ ਹੈ, ਸ਼ਬਦ ਤੋਂ ਬਿਨਾਂ ਜਾਇਆ ਨਹੀਂ ਜਾਣਾ। 52 ਅੱਖਰ ਲੋਕ ਤਰੈ, ਸਭ ਕੁਛ ਇਨ ਹੀ ਮਾਹੇ। ਇਹ ਅੱਖਰ ਖਰ ਜਾਹੇਂਗੇ, ਓਏ ਅੱਖਰ ਇਨ ਮੈਂ ਨਾਹੇ। ਬੜੇ ਕਮਾਲ ਦੇ ਬਚਨ ਹੈ। ਕਹਿੰਦੇ ਇਹ ਅੱਖਰ ਤੇ ਨਾਸ਼ਵੰਤ ਆ, ਇਹ ਅੱਖਰ ਤਾਂ ਖਤਮ ਹੋਣ ਵਾਲੇ ਆ, ਇਹ ਅੱਖਰ ਤਾਂ ਖਰ ਜਾਣਗੇ। ਪਰ ਜਿਹੜਾ ਓਏ ਅੱਖਰ ਖਰਨ ਤੋਂ ਰਹਿਤ ਆ, ਅੱਖਰਾਂ ਤੋਂ ਪਰੇ ਆ, ਉਹ ਅੱਖਰਾਂ ਦੇ ਵਿੱਚ ਨਹੀਂ ਗਾ। ਸਮਝਿਓ, ਜਿੱਥੋਂ ਇਹ ਬਾਣੀ ਆਈ ਆ ਉੱਥੇ ਅੱਖਰ ਨਹੀਂ ਸੀਗੇ। ਜਿੱਥੋਂ ਇਹ ਸ਼ਬਦ ਆਏ ਆ, ਜਿੱਥੋਂ ਇਹ ਬੋਲ ਆਏ ਨੇ, ਉੱਥੇ ਗੁਰੂ ਕੇ ਪਿਆਰਿਓ ਸੁਨ ਸਮਾਧੀ। ਤੇ ਨੋਟ ਕਰਿਓ, ਵਿਆਖਿਆ ਮੈਂ ਕਰ ਦਿੱਤੀ, ਸ਼ਬਦ ਦੇ ਅਰਥ ਮੈਂ ਕਰ ਦਿੱਤੇ। ਜਿਹੜਾ ਇਹ ਪਾਵਨ ਪਵਿੱਤਰ ਸ਼ਬਦ ਗੁਰਬਾਣੀ ਦੇ, ਉਹਦੇ ਅਰਥ ਆਪਾਂ ਕਰ ਦਿੱਤੇ। ਤੁਸੀਂ ਅਰਥ ਸੁਣ ਲਏ, ਤੇ ਅਰਥ ਸੁਣ ਕੇ ਆਪਾਂ ਨੂੰ ਪਤਾ ਲੱਗ ਗਿਆ, ਵਿਚਾਰ ਵੀ ਆਪਾਂ ਕਰ ਲਈ। ਪਰ ਜਿਹੜੇ ਗੁਣੀ ਗਿਆਨੀ ਇਹ ਗੱਲ ਕਹਿੰਦੇ ਨੇ ਕਿ ਵਿਆਖਿਆ ਨਹੀਂ ਹੋ ਸਕਦੀ, ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨੂੰ ਦੁਬਦਾ ਵਿੱਚ ਪਾ ਰਹੇ ਨੇ, ਪਰ ਕਿਤੋਂ ਬੋਲ ਰਹੇ ਨੇ। ਹੁਣ ਇੱਕ ਓੰਕਾਰ, ਇੱਕ ਪਰਮਾਤਮਾ, ਇੱਕ ਓੰਕਾਰ ਸਮੂਹ ਦਾ ਪ੍ਰਕਾਸ਼ਕ, ਉਚਾਰਨ ਮਾਤਰ ਰੱਖਿਆ ਕਰਨ ਵਾਲਾ, ਪੈਦਾ ਕਰਕੇ ਪਾਲਣਾ ਕਰਕੇ ਲੈਤਾ ਕਰਨ ਵਾਲਾ। ਸਤਨਾਮ ਸੱਚਾ ਨਾਮ ਹੈ,
ਕਰਤਾ ਕਰਨ ਵਾਲਾ ਪੁਰਖ ਪਰਿਪੂਰਨ, ਨਿਰਭਉ ਭਉ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ, ਅਕਾਲ ਕਾਲ ਤੋਂ ਰਹਿਤ, ਮੂਰਤ ਹਸਤੀ ਸਰੂਪ ਹੈ, ਅਜੂਨੀ ਜੂਨਾ ਤੋਂ ਰਹਿਤ, ਸਹਿ ਭੰਗ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪੈਦਾ ਹੋਇਆ। ਇਹ ਤੇ ਅਰਥ ਹੋ ਗਏ ਨਾ, ਇਹ ਤੇ ਅਰਥ ਹੋ ਗਏ। ਪਰ ਜਿਹੜਾ ਇੱਕ ਹੈ ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਆਕਾਰ ਨਹੀਂ, ਚਿੰਨ੍ਹ ਨਹੀਂ, ਭੇਦ ਨਹੀਂ, ਜਾਤ ਨਹੀਂ, ਪਾਤ ਨਹੀਂ, ਮਾਤਾ ਨਹੀਂ, ਪਿਤਾ ਨਹੀਂ, ਉਹ ਇੱਕ ਹੈ ਕੌਣ? ਗੱਲ ਤੇ ਇੱਥੇ ਆਉਂਦੀ ਹੈ ਨਾ, ਉਹ ਇੱਕ ਹੈ ਕੌਣ ਜਿਹੜਾ ਸਾਰਿਆਂ ਨੂੰ ਪੈਦਾ ਕਰ ਰਿਹਾ? ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਹ ਇੱਕ ਹੈ ਕੌਣ ਹੈ? ਹੁਣ ਗੱਲ ਇਹ ਆ ਗੁਰੂ ਕੇ ਪਿਆਰਿਓ, ਅਰਥ ਤੇ ਹੋ ਗਏ। ਜਦੋਂ ਮੈਂ ਉਸਤਾਦ ਕੋਲੇ ਪੜ੍ਹਦਾ ਸੀ ਨਾ, ਮੇਰੇ ਸਤਿਕਾਰਯੋਗ ਉਸਤਾਦ ਬੋਪਾ ਰਾਏ ਕਲਾ ਗਿਆਨੀ ਭੁਪਿੰਦਰ ਸਿੰਘ ਜੀ ਬੜੇ ਵਿਦਵਾਨ ਸਨ, ਬੜੀ ਕਿਰਪਾ ਸੀ ਮਹਾਰਾਜ ਦੀ ਉਹਨਾਂ ਤੇ ਅੱਜ ਵੀ ਹੈ। ਉਹਨਾਂ ਨੇ ਛੋਟੇ ਗ੍ਰੰਥ ਪੜ੍ਹਾਏ, ਅੱਜ ਤੇ ਕਹਿੰਦੇ ਪੜ੍ਹਨ ਦੀ ਲੋੜ ਹੀ ਨਹੀਂ। ਟਕਸਾਲਾਂ ਦੇ ਵਿੱਚ ਤੁਸੀਂ ਅੱਜ ਵੀ ਚਲੇ ਜਾਵੋ, ਪਹਿਲਾਂ ਸੰਥਿਆ ਹੁੰਦੀ ਕਾਇਦੇ ਦੀ, ਕਾਇਦਾ। ਜਦੋਂ ਮੈਂ ਗਿਆ ਨਾ 11ਵੀਂ ਕਰਕੇ, ਤੇ ਮੈਨੂੰ ਕੀ ਪਤਾ ਸੀਗਾ। ਹੁਣ ਨੋਟ ਕਰਿਓ, ਇਹ ਗੱਲ ਨੋਟ ਕਰਨ ਵਾਲੀ ਆ। ਅੱਜ ਬਹੁਤੇ ਇਹ ਗੱਲ ਕਹਿੰਦੇ ਆ ਕਿ ਆਪ ਸਹਿਜ ਪਾਠ ਕਰੋ ਜੀ, ਆਪ ਬਾਣੀ ਪੜ੍ਹੋ। ਤੇ ਮੈਂ ਬੇਨਤੀ ਕਰਦਾ, ਐਸੀ ਕਿਹੜੀ ਸੰਸਥਾ ਹੈ, ਐਸੀ ਕਿਹੜੀ ਸੰਪਰਦਾਇ ਆ, ਚਾਹੇ ਉਹ ਬੁੱਢਾ ਦਾਲ ਆ, ਜਾਂ ਤਰਨਾ ਦਾਲ ਆ, ਜਾਂ ਦਮਦਮੀ ਟਕਸਾਲ ਆ, ਜਾਂ ਨਾਨਕਸਾਰ ਆ, ਜਾਂ ਰਾੜਾ ਸਾਹਿਬ ਵਾਲੇ ਆ, ਜਾਂ ਕਾਰ ਸੇਵਾ ਵਾਲੇ ਆ, ਜਾਂ ਅਖੰਡ ਕੀਰਤਨੀਏ ਆ, ਕਿਹੜੀ ਐਸੀ ਸੰਪਰਦਾਇ ਜਾਂ ਕਿਹੜੀ ਐਸੀ ਸੰਸਥਾ ਜਿਹੜੀ ਇਹ ਗੱਲ ਕਹਿੰਦੀ ਹੈ ਵੀ ਆਪ ਬਾਣੀ ਨਾ ਪੜ੍ਹੋ? ਹਰੇਕ ਹੀ ਇਹ ਸੰਸਥਾ ਗੱਲ ਕਹਿੰਦੀ ਹੈ ਬਾਣੀ ਪੜ੍ਹੋ, ਸਿਮਰਨ ਕਰੋ। ਪਰ ਇੱਕ ਮੈਂ ਇੱਥੇ ਬੇਨਤੀ ਕਰ ਦਿੰਦਾ ਛੋਟੀ ਜੀ, ਬਾਣੀ ਪੜ੍ਹੋ। ਮੈਂ ਵੀ ਕਹਿੰਦਾ ਬਾਣੀ ਪੜ੍ਹਨੀ ਚਾਹੀਦੀ ਆ, ਬਾਣੀ ਪੜ੍ਹੋ। ਦਾਸ ਵੀ ਜਦੋਂ ਦਮਦਮੇ ਟਕਸਾਲ ਵਿੱਚ ਨਹੀਂ ਗਿਆ ਸੀ ਨਾ, ਤੇ ਉਦੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਣੀ ਤੁੱਛ ਜਿਹੀ ਬੁੱਧੀ ਮੁਤਾਬਕ ਬਾਣੀ ਪੜ੍ਹਦਾ ਹੁੰਦਾ ਸੀਗਾ। ਜਦੋਂ ਮੈਂ ਗਿਆ, ਸੁਣਿਓ, ਜਿਹੜੇ ਕਹਿੰਦੇ ਆਪ ਬਾਣੀ ਪੜ੍ਹਿਓ, ਮੈਂ ਇਹ ਨਹੀਂ ਕਹਿੰਦਾ ਨਹੀਂ ਪੜ੍ਹਨੀ ਚਾਹੀਦੀ, ਬਾਣੀ ਪੜ੍ਹੋ। ਪਰ ਬਾਣੀ ਨੂੰ ਅਸੀਂ ਕੀ ਸਮਝਿਆ? ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਇਹ ਗੱਲ ਅਸੀਂ ਸਮਝ ਚੁੱਕੇ ਹਾਂ, ਇਹ ਬਣਾ ਚੁੱਕੇ ਹਾਂ। ਲੋਗਨ ਰਾਮ ਖਿਲਾਉਣਾ ਜਾਣਾ। ਗੁਰਬਾਣੀ ਦਾ ਸਤਿਕਾਰ ਕੀ ਹੈ? ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ। ਆ ਸਤਿਕਾਰਯੋਗ ਗਿਆਨੀ ਜੀ ਬੈਠੇ ਨੇ, ਸਤਿਕਾਰਯੋਗ ਬਾਬਾ ਜੀ, ਬਾਬਾ ਹਰਜੀਤ ਸਿੰਘ ਜੀ, ਇਹ ਵੀ ਸੰਪਰਦਾਇ ਭਿੰਡਰਾਂ ਦੇ ਵਿੱਚ ਰਹੇ ਨੇ, ਇਹਨਾਂ ਨੂੰ ਪਤਾ। ਗੁਰਬਾਣੀ ਦਾ ਸਤਿਕਾਰ ਜੇ ਸਿੱਖਣਾ ਨਾ, ਤੇ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਕਿਉਂ ਸਿੱਖੋ, ਦਮਦਮੀ ਟਕਸਾਲ ਸੰਪਰਦਾਇ ਵਿੱਚ ਚਲੇ ਜਾਵੋ। ਦਮਦਮੀ ਟਕਸਾਲ ਸੰਪਰਦਾਇ ਦੇ ਵਿੱਚ ਜੇ ਕਿਤੇ ਹੱਥ ਥੱਲੇ ਲੱਗ ਗਿਆ ਤੇ ਹੱਥ ਝੂਠਾ ਹੋ ਗਿਆ, ਜੇ ਕਿਤੇ ਹੱਥ ਪੈਰ ਨੂੰ ਲੱਗ ਗਿਆ, ਜੇ ਲੱਤ ਨੂੰ ਲੱਗ ਗਿਆ, ਮੈਂ ਆਮ ਤੌਰ ਤੇ ਦੇਖਦਾ, ਤੁਸੀਂ ਵੀ ਦੇਖਦੇ ਹੋਵੋਗੇ, ਕਈ ਬਾਣੀ ਪੜ੍ਹਦੇ ਨਾਸਾਂ ਦੇ ਵਿੱਚ ਉਂਗਲਾਂ ਮਾਰੀ ਜਾਂਦੇ ਨੇ, ਕਈ ਬਾਣੀ ਪੜ੍ਹਦੇ ਪੈਰਾਂ ਨੂੰ ਹੱਥ ਲਾਈ ਜਾਂਦੇ ਨੇ, ਕਈ ਬਾਣੀ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੱਤਾਂ ਨੂੰ ਹੱਥ ਲਾਈ ਜਾਂਦੇ ਨੇ, ਕਛਹਿਰੇ ਨੂੰ ਹੱਥ ਲਾਈ ਜਾਂਦੇ ਨੇ। ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਆ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਇਹ ਸਰੀਰ ਆ 10 ਗੁਰੂ ਸਾਹਿਬਾਨਾਂ ਦੀ ਪ੍ਰਗਟ ਦੇਹ ਆ। ਤੇ ਸਤਿਕਾਰ, ਸਤਿਕਾਰ ਕਿਹੜਾ ਕਰਦੇ ਆ? ਦਮਦਮੀ ਟਕਸਾਲ ਦੇ ਵਿੱਚ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਖਸ਼ਾਤ ਰੂਪ ਦੇ ਵਿੱਚ ਪ੍ਰਗਟ ਗੁਰਾਂ ਦੀ ਦੇਹ ਮੰਨਦੇ ਨੇ। ਉਹ ਕਿਵੇਂ? ਉਹ ਕਿਸ ਤਰ੍ਹਾਂ? ਭਲਿਆ ਥੱਲੇ ਹੱਥ ਨਾ ਲਾਵੀਂ, ਥੱਲੇ ਹੱਥ
क्यों ये तेरा हथ गुरु ग्रंथ साहब नूं लगना, तेरा हथ जूठा हो जाना। भलिया ये हथ अपनियां नासकां दे विच जां पैरां नूं गोड्यां नूं ना लावीं। क्यों? क्योंकि ये हथ तेरा जूठा हो जाना। ते दुनियावी तौर ते आपां देखदे हां ना, साडे घरां दे विच बजुर्ग आ जांदे ने। वैसे अजकल ते बजुर्गां दा सत्कार भी कौन करदा गुरु के प्यारिओ, माफ़ करना। असीं ना कैंप लाउण गए, मेरे नाल ਗਿਆਨੀ ਸੁਖਵਿੰਦਰ ਸਿੰਘ भी सी, मीरपुर खुरद ਉਹਦੇ ਨੇੜੇ ਪਿੰਡ ਸੀਗਾ ਦਲੇਲਵਾਲਾ। ਉੱਥੇ ਬੱਚਿਆਂ ਨੂੰ ਪੜ੍ਹਾ ਰਹੇ ਸੀਗੇ। ਅਸੀਂ ਪੁੱਛਿਆ ਵੀ ਬੱਚਿਓ ਸਤਿਕਾਰ ਦੇ ਨਾਲ ਦੱਸਿਓ ਵੀ ਤੁਸੀਂ ਆਪਣੇ ਪਿਤਾ ਨੂੰ ਕੀ ਕਹਿੰਦੇ ਹੋ। ਬੱਚੇ ਕਹਿਣ ਲੱਗੇ, ਕੋਈ ਕਹਿੰਦਾ ਡੈਡੀ, ਕੋਈ ਕਹਿੰਦਾ ਪਿਤਾ ਜੀ, ਕੋਈ ਕਹਿਣ ਲੱਗਾ ਵੀ ਸਤਿਕਾਰਯੋਗ ਬਾਪੂ ਜੀ। मैं कहा भी सच दस्यो, झूठ नहीं बोलना, सच बोलण दी हिम्मत किहदे विच। बच्चे कहंदे नहीं जी, कोई डैडी, कोई पिता जी, कोई पापा, कोई बापू जी। तीजी बार असीं फिर बेनती कीती बच्चिआं नूं कि बच्चिओ संगो ना, सच दस्सिओ। दो बच्चे उठे, सच जाणिओ। दो बच्चे उठ के पता की कहंदे, कहंदे उस्ताद जी, सर जी, ਅਸੀਂ ਤੇ ਆਪਣੇ ਬਾਪੂ ਨੂੰ ਬੁੜਾ ਹੀ ਬੋਲਦੇ ਹਾਂ, ਬੁੜਾ। ਤੇ ਮੈਂ ਗਿਆਨੀ ਜੀ ਨੂੰ ਪੁੱਛਿਆ, ਮੈਂ ਕਿਹਾ ਕਿਉਂ, ਦੋ ਚਾਰ ਨਿਕਲ ਹੀ ਆਏ ਨਾ। ਅਸੀਂ ਪੁੱਛਿਆ ਤੁਸੀਂ ਬੁੜਾ ਕਿਉਂ ਬੋਲਦੇ ਹੋ। ਕਹਿੰਦੇ ਸਾਡੇ ਵੱਡੇ ਜਿਹੜੇ ਆ ਨਾ, ਸਾਡੇ ਵੱਡੇ ਭਰਾ, ਉਹ ਬੁੜਾ ਕਹਿੰਦੇ, ਅਸੀਂ ਇਹਨਾਂ ਨੂੰ ਵੇਖ ਕੇ ਬੁੜਾ ਕਹਿ ਦਿੰਦੇ ਆ। ਅੱਜ ਸਤਿਕਾਰ ਰਹਿ ਨਹੀਂ ਗਿਆ। ਪ੍ਰਾਤਨ ਬਜ਼ੁਰਗ ਆ ਬੈਠੇ, ਇਹਨਾਂ ਨੂੰ ਪੁੱਛ ਲਵੋ, ਜਦੋਂ ਕਿਤੇ ਬਜ਼ੁਰਗ ਨੇ ਆਉਣਾ ਉਦੋਂ ਉਹਨਾਂ ਨੂੰ ਆਉਂਦਿਆਂ ਦੇਖ ਕੇ ਉੱਠ ਕੇ ਖੜੋ ਜਾਣਾ। ਤੇ ਅਗਲੀ ਗੱਲ, ਜਦੋਂ ਬਜ਼ੁਰਗ ਨੇ ਆਉਣਾ ਆਪ ਖੱਬੇ ਪਾਸੇ ਭਾਵ ਕਿ ਪੈਂਦ ਵਾਲੇ ਪਾਸੇ ਬਹਿ ਜਾਣਾ, ਤੇ ਆਪ ਤੋਂ ਵੱਡੇ ਵਡੇਰੇ ਬਜ਼ੁਰਗ ਨੂੰ ਉਹਨੂੰ ਗੁਰੂ ਕੇ ਪਿਆਰਿਓ ਫਿਰ ਸਰਾਣੇ ਵਾਲੇ ਪਾਸੇ ਬਾਉਣਾ। ਕਾਰਨ ਇਹ ਇੱਕ ਸਤਿਕਾਰ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪ੍ਰਗਟ ਗੁਰਾਂ ਦੀ ਦੇਹ ਆ। ਸਤਿਕਾਰ ਕਰਨ ਦਾ ਸਾਡਾ ਫਰਜ਼ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ ਸਿੱਖਣਾ ਤੇ ਦਮਦਮੀ ਟਕਸਾਲ ਚਲੇ ਜਾਵੋ, ਤੁਹਾਨੂੰ ਦੱਸਣਗੇ ਸਤਿਕਾਰ ਕਿੱਦਾਂ ਹੁੰਦਾ, ਗੁਰੂ ਦਾ ਸਿਖਾਉਣਗੇ। ਮੈਂ ਕਹਿਣਾ ਕਿ ਸ਼ੁਭ ਬਾਣੀ ਪੜ੍ਹੋ, ਬਾਣੀ ਪੜ੍ਹਨੀ ਚਾਹੀਦੀ ਹੈ। ਪਰ ਇੱਕ ਗੱਲ ਨੋਟ ਰੱਖਿਓ, ਸਾਡੇ ਬੱਚੇ BA ਤੱਕ ਪੜ੍ਹਦੇ ਨੇ, MA ਤੱਕ ਪੜ੍ਹਦੇ ਨੇ। ਸਾਡੇ ਬੱਚੇ ਗੁਰੂ ਕੇ ਪਿਆਰਿਓ ਡਿਗਰੀਆਂ ਕਰ ਜਾਂਦੇ ਨੇ, PhD ਕਰ ਜਾਂਦੇ ਨੇ, ਵਕੀਲ ਦਾ ਕੋਰਸ, ਪ੍ਰੋਫੈਸਰ ਦਾ ਕੋਰਸ, ਨਰਸਿੰਗ ਦਾ ਕੋਰਸ, ਡਾਕਟਰ ਦਾ ਕੋਰਸ, ਆਈਲਟ ਕਿੱਡੀ ਮਹਿੰਗੀ ਪੜ੍ਹਾਈ ਕਰਦੇ ਨੇ। ਤੇ ਜਦੋਂ ਗੱਲ ਆਉਂਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਦੀ, ਉਸ ਵੇਲੇ ਕਹਿੰਦੇ ਲੋੜ ਹੀ ਨਹੀਂ ਕਰਨ ਦੀ। +2 ਪੜ੍ਹੇ ਆ, 10 ਪੜ੍ਹੇ ਆ, ਬਾਣੀ ਤੇ ਪੜ੍ਹ ਹੀ ਲਵਾਂਗੇ ਨਾ। ਹੁਣ ਤੇ ਕੰਮ ਹੀ ਸੌਖਾ ਹੋ ਗਿਆ। ਕਹਿੰਦੇ ਜੇ ਕੋਈ ਕੰਮ ਨਹੀਂ ਮਿਲਦਾ ਨਾ, ਕੋਈ ਕੰਮ ਨਹੀਂ ਲੱਭਦਾ, ਤੇ ਬਸ ਕੇਸ ਰੱਖ ਲੈ, ਅੰਮ੍ਰਿਤ ਛਕ ਲੈ ਤੇ ਬਣ ਜਾ ਪਾਠੀ। ਮਾਫ ਕਰਨਾ ਗੁਰੂ ਕੇ ਪਿਆਰਿਓ, ਕਿੰਨਾ ਕੁ ਸਤਿਕਾਰ ਆ ਸਾਡੇ ਅੰਦਰ। ਇਹ ਦਮਦਮੀ ਟਕਸਾਲ ਕਿਉਂ ਚਲਾਈ ਗਈ ਸੀ? ਮੈਂ ਕਹਿੰਦਾ ਬਾਣੀ ਆਪ ਪੜ੍ਹੋ। ਜੇ ਤੁਸੀਂ PhD ਤੱਕ ਵੱਡੀਆਂ ਡਿਗਰੀਆਂ ਦੀ ਪੜ੍ਹਾਈ ਕਰਨ ਦੇ ਲਈ ਤਿਆਰ ਹੁੰਦੇ ਆ, ਤੇ ਹੁਣ ਤੇ ਡਿਗਰੀਆਂ ਵਾਹਿਗੁਰੂ CADਆਂ ਮਿਲ ਜਾਂਦੀਆਂ ਨੇ ਪੈਨ ਡਰਾਈਵ ਦੇ ਵਿੱਚ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ। ਜੇ ਆਪਾਂ 2 ਅੰਗ ਵੀ ਡੇਲੀ ਕਰਾਂਗੇ, 5 ਅੰਗ ਵੀ ਡੇਲੀ ਕਰਾਂਗੇ, 2-3 ਸਾਲਾਂ ਦੇ ਵਿੱਚ ਸੰਥਿਆ ਪੂਰੀ ਹੋ ਜਾਵੇਗੀ। ਜਦੋਂ ਮੈਂ ਗਿਆ ਨਾ ਗੁਰੂ ਕੇ ਪਿਆਰੋ, ਤੇ ਉਸਤਾਦ ਨੇ ਮੈਨੂੰ ਪੜ੍ਹਾਇਆ ਕਾਇਦਾ, ਤੇ ਮੈਂ ਸੀਗਾ 11ਵੀਂ ਪਾਸ। ਤੇ ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਮੈਂ ਤੇ 11 ਪੜ੍ਹ ਕੇ ਆਇਆ। ਮੈਨੂੰ ਉਸਤਾਦ ਕਹਿਣ ਲੱਗਾ, ਕਹਿੰਦਾ ਜਰਾ ਪੜ੍ਹ ਤੇ ਸਹੀ। ਮੈਂ ਊੜਾ ਆੜਾ ਸੁਣਾਇਆ, ਕਹਿੰਦਾ ਮੁਹਾਰਨੀ ਸੁਣਾ। ਤੇ ਮੈਂ ਜਿਸ ਤਰੀਕੇ ਨਾਲ ਐੜਾ ਮੁੱਕਤਾ ਆ, ਉਸਤਾਦ ਕਹਿੰਦਾ ਗਲਤ। ਸੁਣਿਓ, ਆ ਜਿੰਨੇ ਬੈਠੇ ਆ ਨਾ, ਮੈਂ ਮੂਲ ਮੰਤਰ ਸੁਣ ਲਵਾਂ ਤੇ ਮੈਂ ਨਿਸ਼ਚੇ ਨਾਲ ਕਹਿਣਾ ਗੁਰੂ ਕੇ ਪਿਆਰਿਓ, ਆ ਸਤਿਕਾਰਯੋਗ ਬਾਬਾ ਜੀ ਤੇ ਟਕਸਾਲ ਵਿੱਚ ਰਹੇ ਨੇ, ਬਾਬਾ ਹਰਜੀਤ ਸਿੰਘ ਜੀ ਗਿਆਨੀ ਜੀ, ਇਹ ਤਾਂ ਸੁਣਾਉਣਗੇ, ਪਰ ਤੁਹਾਡੇ 'ਚ ਕਿਸੇ ਵਿਰਲੇ ਨੂੰ ਸ਼ੁੱਧ ਮੂਲ ਮੰਤਰ ਆਉਂਦਾ ਹੋਣਾ। ਸ਼ੁੱਧ ਮੂਲ ਮੰਤਰ ਉਸਤਾਦ ਕਹਿੰਦਾ ਸੁਣਾ। ਮੈਂ ਮੁਹਾਰਨੀ ਪੜ੍ਹੀ, ਤੇ ਜਦੋਂ ਮੈਂ ਮੁਹਾਰਨੀ ਪੜ੍ਹੀ ਮੇਰੀ ਸਾਰੀ ਗਲਤ। ਫਿਰ ਉਸਤਾਦ ਨੇ ਸਿਖਾਈ,
ਇਹ ਲੰਮੀ ਵਿਚਾਰ ਆ। ਮੈਨੂੰ ਕਹਿਣ ਲੱਗਾ ਗੁਟਕਾ ਸਾਹਿਬ ਫੜ। ਮੈਂ ਗੁਟਕਾ ਸਾਹਿਬ ਫੜਿਆ। ਗੁਟਕਾ ਸਾਹਿਬ ਫੜ ਕੇ ਕਹਿੰਦਾ ਇੱਕ ਓੰਕਾਰ। ਹੁਣ ਕਈ ਇੱਕ ਮਕਾਰ ਬੋਲਦੇ ਨੇ, ਕਈ ਇੱਕ ਓੰਕਾਰ ਬੋਲਦੇ ਨੇ, ਕਈ ਇੱਕ ਓੰਕਾਰ ਬੋਲੀ ਜਾਂਦੇ ਨੇ, ਪਰ ਸਹੀ ਪਾਠ ਤਾਂ ਇੱਕ ਓੰਕਾਰ ਹੈ ਨਾ। 2-3 ਦਿਨ ਇੱਕ ਓੰਕਾਰ ਸਿੱਖਣ ਤੇ ਮੈਨੂੰ ਲੱਗੇ। ਫਿਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਮੈਂ ਕਿਹਾ ਕਾਲ ਮੂਰਤ। ਉਸਤਾਦ ਕਹਿੰਦਾ ਰੁਕ। ਮੈਂ ਕਿਹਾ ਉਸਤਾਦ ਜੀ ਕਾਲ ਮੂਰਤ ਹੈ। ਮੈਨੂੰ ਕਹਿਣ ਲੱਗਾ ਬੇਟਾ ਗੁਰੂ ਨਾਨਕ ਦੇਵ ਮਹਾਰਾਜ ਨੇ ਐੜਾ ਐਵੇਂ ਨਹੀਂ ਲਾ ਦਿੱਤਾ। ਗੁਰੂ ਨਾਨਕ ਨੇ ਜੇ ਐੜਾ ਲਾਇਆ ਤੇ ਐੜਾ ਬੋਲਣਾ ਪੈਣਾ ਨਾ। ਅਸੀਂ ਕਾਲ ਹੀ ਪੜ੍ਹਦੇ ਹਾਂ। ਕਾਲ ਦਾ ਅਰਥ ਆ ਮੌਤ। ਕਾਲ ਦਾ ਅਰਥ ਆ ਆਵਾਗਮਨ ਦਾ ਚੱਕਰ। ਕਾਲ ਦਾ ਅਰਥ ਆ 84 ਲੱਖ ਦਾ ਗੇੜ। ਕਾਲ ਦਾ ਅਰਥ ਆ ਗੁਰੂ ਕੇ ਪਿਆਰੋ ਜੋ ਆਪਾਂ ਕਹਿੰਦੇ ਆ ਵੀ ਆਵਾਗਮਨ ਦਾ ਚੱਕਰ ਆ, ਮੌਤ ਆ। ਕਾਲ ਕੇ ਬਣਾਏ ਸਭ ਕਾਲ ਹੀ ਚਬਾਏਂਗੇ। ਤੇ ਮੈਨੂੰ ਉਸਤਾਦ ਕਹਿਣ ਲੱਗਾ, ਕਹਿੰਦਾ ਪੁੱਤਰਾ ਕਾਲ ਨਹੀਂ ਐੜਾ ਲਾ ਕੇ ਬੋਲ ਅਕਾਲ। ਉਹ ਵਾਹਿਗੁਰੂ ਕਾਲ ਤੋਂ ਰਹਿਤ। ਮੈਂ ਕਿਹਾ ਮੂਰਤ ਅਜੂਨੀ ਨੂੰ ਕਿਹਾ ਜੂਨੀ। ਉਸਤਾਦ ਕਹਿੰਦਾ ਬੇਟਾ ਗਲਤ। ਮੈਂ ਦੱਸ ਰਿਹਾ ਵੀ ਅਸੀਂ ਸੰਥਿਆ ਕਰਨ ਨੂੰ ਤਿਆਰ ਨਹੀਂ। ਕਹਿੰਦਾ ਜੇ ਜੂਨੀ ਕਵਾਂਗੇ ਕੀ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਜੂਨਾਂ ਦੇ ਵਿੱਚ ਹੈ? ਬੋਲ ਐੜਾ ਗੁਰੂ ਨਾਨਕ ਨੇ ਲਾਇਆ ਤੇ ਐੜਾ ਬੋਲਣਾ ਪੈਣਾ। ਮੈਂ ਕਿਹਾ ਜੀ ਅਜੂਨੀ ਸਹਿ ਭੰਗ। ਕਹਿੰਦਾ ਭੰਗ ਨਹੀਂ ਬੇਟਾ, ਰੱਬ ਭੰਗ ਦੇ ਸਹਿਤ ਨਹੀਂ। ਸਹਿ ਭੰਗ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪੈਦਾ ਹੋਇਆ। ਇੱਕ ਆਪਾਂ ਪੰਕਤੀ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ, ਵੈਸੇ ਬਹੁਤ ਬੇਅੰਤ ਪੰਕਤੀਆਂ ਨੇ। ਉਹ ਪੰਕਤੀ ਆ ਪਾਵਨ ਪਵਿੱਤਰ ਮੋਹ ਕੇ ਬੋਲਣ ਬੋਲੀ ਹੈ। ਉੱਥੇ ਮੰਮੇ ਨੂੰ ਔਂਕੜ ਤੇ ਹਾਹੇ ਨੂੰ ਕਨੌੜਾ ਮੋਹ, ਪਰ ਆਮ ਤੌਰ ਤੇ ਉਹਨੂੰ ਮੋਹ ਪੜ੍ਹਿਆ ਜਾਂਦਾ। ਮੋਹ ਦਾ ਅਰਥ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹਦਾ ਅਰਥ ਇਹ ਆ ਮੋਹ ਕੇ ਬੋਲਣ ਬੋਲੀ ਹੈ। ਜਿਤ ਸੁਣ ਧਰੇ ਪਿਆਰ। ਤੇ ਮੋਹ ਦੇ ਵਿੱਚ ਫਰਕ ਇਹ ਹੈ ਕਿ ਜਦੋਂ ਮੋਹ ਕਵਾਂਗੇ ਕਿ ਰੱਬ ਜਿਹੜਾ ਵਾਹਿਗੁਰੂ ਪਰਮਾਤਮਾ ਉਹ ਮੋਹ ਦੇ ਸਹਿਤ ਆ। ਮੋਹ ਦਾ ਅਰਥ ਆ ਮੁੱਖ, ਵੀ ਮੁੱਖ ਤੋਂ ਕਿਹੜੇ ਬੋਲ ਬੋਲੇ ਜਾਣ। ਇਸ ਕਰਕੇ ਮੋਹ ਕੇ ਬੋਲਣ ਬੋਲੀ ਹੈ। ਜਿਤ ਸੁਣ ਧਰੇ ਪਿਆਰ। ਤੇ ਗੁਰੂ ਕੇ ਪਿਆਰੇ ਇੱਕ ਗੱਲ ਨੋਟ ਕਰਿਓ, ਜਿੰਨਾ ਚਿਰ ਅਸੀਂ ਉਸਤਾਦਾਂ ਦੀਆਂ ਮਾਰਾਂ ਨਹੀਂ ਨਾ ਖਾਂਦੇ ਉਹਨਾਂ ਚਿਰ ਸਾਨੂੰ ਸ਼ੁੱਧ ਗੁਰਬਾਣੀ ਨਹੀਂ ਪੜ੍ਹਨੀ ਆਉਣੀ। ਸ਼ੁੱਧ ਗੁਰਬਾਣੀ ਪੜ੍ਹਨੀ ਨਹੀਂ ਆਉਣੀਗੀ। ਟਕਸਾਲਾਂ ਦੇ ਵਿੱਚ ਪਹਿਲਾਂ ਗੁਰਬਾਣੀ ਗੁਟਕਾ ਸਾਹਿਬ, ਫਿਰ 5 ਗ੍ਰੰਥੀ, ਉਸ ਤੋਂ ਬਾਅਦ 22 ਵਾਰਾਂ ਭਗਤ ਬਾਣੀ, ਉਸ ਤੋਂ ਬਾਅਦ ਪਹਿਲਾ ਭਾਗ ਦੂਜਾ ਭਾਗ। ਇੱਕ ਮਰਜ਼ਾਦਾ ਸੀਗੀ ਜੋ ਅੱਜ ਤੱਕ ਵੀ ਚੱਲਦੀ ਆਉਂਦੀ ਹੈ। ਫਿਰ ਗੁਰੂ ਕੇ ਪਿਆਰਿਓ ਨਿੱਕੇ ਗ੍ਰੰਥ ਪੜ੍ਹਾਏ ਜਾਂਦੇ। ਤੇ ਮੈਂ ਉਸਤਾਦ ਕੋਲੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਵਿਚਾਰ ਮਾਲਾ ਪੜ੍ਹੀ। ਵਿਚਾਰ ਮਾਲਾ ਦੇ ਵਿੱਚ 2 ਤਰ੍ਹਾਂ ਦਾ ਗਿਆਨ ਆਇਆ, ਇੱਕ ਪਰੋਖ ਗਿਆਨ, ਇੱਕ ਅਪਰੋਖ ਗਿਆਨ। ਪਰੋਖ ਅੱਖਰੀ ਗਿਆਨ, ਜਿਵੇਂ ਮੈਂ ਕਿਹਾ ਇੱਕ ਓੰਕਾਰ, ਇੱਕ ਅਦੁੱਤੀ ਆ। ਓੰਕਾਰ ਸਮੂਹ ਦਾ ਪ੍ਰਕਾਸ਼ਕ ਹੈ। ਪਰ ਜਿਹੜਾ ਇੱਕ ਅਦੁੱਤੀ ਆ ਸਾਰਿਆਂ ਦੇ ਵਿੱਚ ਉਹਦਾ ਪ੍ਰਕਾਸ਼ ਆ, ਹੁਣ ਉਹਨੂੰ ਜਾਣਿਆ ਕਿਹਨੇ? ਉਹ ਅਪਰੋਖ ਗਿਆਨ ਹੈ। ਕਹਿਬੇ ਕੋ ਸੋਭਾ ਨੇ ਦੇਖਾ ਹੀ ਪ੍ਰਵਾਨ। ਇਹ ਜਿਹੜਾ ਪਾਵਨ ਪਵਿੱਤਰ ਸ਼ਬਦ ਆ ਨਾ, ਅਣਮੜਿਆ ਮੰਦਲ ਬਾਜੈ, ਇਹਦੇ ਅਰਥ ਤਾਂ ਮੈਂ ਕਰ ਦੇਵਾਂਗਾ, ਤੁਸੀਂ ਸੁਣ ਲਵੋਗੇ, ਵਿਦਵਾਨਾਂ ਨੇ ਕੀਤੇ ਆ। ਪਰ ਪ੍ਰੈਕਟੀਕਲ ਜਿਹੜਾ ਇਹ ਪਾਵਨ ਪਵਿੱਤਰ ਸ਼ਬਦ ਹੈ, ਇਹ ਪਾਵਨ ਪਵਿੱਤਰ ਸ਼ਬਦ ਦੇ ਪ੍ਰੈਕਟੀਕਲ ਅਰਥਾਂ ਦੇ ਉੱਪਰ ਜਿਨ੍ਹਾਂ ਨੇ ਆਪਣਾ ਜੀਵਨ ਢਾਲਿਆ, ਜੀਵਨ ਜਿਹੜੇ ਅੱਜ ਬਹੁਤੇ ਕਹਿ ਦਿੰਦੇ ਆ ਨਾ ਗੁਰਬਾਣੀ ਇੱਕ ਜਾਂਚ ਹੈ, ਗੁਰਬਾਣੀ ਇੱਕ ਜੀਵਨ ਜਾਂਚ ਹੈ।
बड़ा रौला पा रहे ने गुरबाणी एक जीवन जांच है, गुरबाणी एक जीवन जांच है। हाँ मैं मनदा गुरबाणी एक जीवन जांच है, गुरबाणी एक जीवन जांच है, पर गुरबाणी जिथे जीवन जांच आ ना उत्थे गुरबाणी अकाल पुरख दे नाल सिद्धा जोड़दी आ। तैनूं रब बना देवेगी, रब तैनूं उस अवस्था दे विच लै जावेगी जिथे भगत नामदेव जी कह रहे ने अणमड़िया मंदल बाजै। हुण इह शब्द सुणिओ जरा, अणमड़िया। भगत नामदेव जी कहंदे ढोल मड़िया ना होवे ते वजदा होवे। बड़ी हैरानगी की गल है। तुसी भी कहोगे भी ये तो गप है, ये तो झूठ जे। ढोल मड़िया नहीं ते ढोल वजेगा किवें? पर भगत नामदेव जी कह रहे ने, मैं तो कहंदा नहीं गा। कहंदे अणमड़िया मंदल बाजै, ढोल मड़िया नहीं ते ढोल वज रहा। वो ढोल पता केड़ा? वाजे पंच तत्त, जिहड़े पंज तत्त साडे अंदर वजदे आ ना, जिन्हों अनहद धुन कहंदे ने। इहदी आपां फिर किस दिन विचार करांगे अनहद धुन दी, भी वो किवें वजदी है। अणमड़िया मंदल बाजै, जदों कहंदे रब दा प्यारा, गुरु दा प्यारा, वाहिगुरु 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 वाहिगुरु, अकाल पुरख परमात्मा दा नाम जपदा 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 उस वाहिगुरु दे विच अभेद हो जांदा है। उस वेले कहंदे अणमड़िया मंदल बाजै, जिवें ढोल मड़िया तां नहीं पर वज रहा, उस तरह उस अवस्था दे विच अंदर एक वो धुन, जिहड़ी धुन तो ये ब्रह्मंड उत्पत होया, जिहड़ी धुन तो ये संसार उत्पत होया, जिहड़ी धुन तो ये जो कुछ आपां नूं दृष्टमान दिस रहा ये उत्पत होया, पैदा होया, वो धुन की सुनवाई अपने कन्नां दे राहीं पै जांदी है। अणमड़िया मंदल बाजै, बिन सावन कन हर गाजै। हुण तुसीं कहोगे भगत नामदेव जी गप मारी जांदे, कहंदे सौण दा महीना नहीं ते बदल गजदे ने। हुण ढोल मड़िया नहीं, ढोल वजदा, सौण दा महीना नहीं, बदल गजदे ने। बदल उपर है नहीं, वरखा पैंदी आ, पर ये ते गल्लां सारियां गप लगदियां ना। तुहाडे मन विच भी ये गल होनी आ भी ये किवें हो सकदा। एक गल नोट करियो गुरु के प्यारिओ, मैं अगे भी बेनती कीती आ, पहली दा बच्चा, दूजी दा बच्चा, तीजी दा बच्चा PhD दी पढ़ाई नूं नहीं जान सकदा। जे PhD दी बुक जां वकील दे कोर्स वाली जां प्रोफैसर दे कोर्स वाली बुक उन्हां दे सामने खोल के रख देवांगे ना, बच्चे दे सामने खोल के रख देवांगे, वो कहेगा भी मैनू की पता। हाँ नकल करनी वो गल वखरी आ, जिवें बचन आउंदे ने गुरु नानक पातशाह दे, एक दू जीबो लख होए, लख होवै लख 20, लख ला गेड़ा आखिए है, एक नाम जगदीश, एत राहे पत पवड़ी है, चढ़िया होए 21, सुन गल्लां आकाश की, कीटा आई रीस। ये गल वखरी है। हांसा सेती चित उलस है, कुक्कड़ दी उडारी। कुक्कड़ भी हंसा दियां रीसां करन लग पैंदे ने गुरु के प्यारिओ। जिवें ना एक बारी मैं पढ़ रहा सीगा, भगत कबीर जी उन्हां दी वडियाई किसी जिमींदार जट भरा ने सुन ली। वो कहंदा भी भगत कबीर दी ते वडियाई बड़ी आ, भगत कबीर जी दी ते उपमा ही बड़ी आ, उन्हां दी जय जयकार आ, लोग उन्हां दे गुणां नूं गाउंदे ने। ते वडियाई सुन के ना भगत कबीर जी दी, वो कबीर साहब कोल चला गया, कहंदा मैं भी भगत बनना। जिवें अजकल गुरु के प्यारिओ माफ करना मैं गल कह देवां, संत लवाउणा सौखा पर संत बनना बहुत औखा। संत ते मेरे वर्गा भी लवा लैंदा। एक मेरा दोस्त सीगा मित्र, ये हकीकत आ। मैं किसे शहर जा रहा सी, बस स्टैंड ते उतरिया, मैनू मिलिया, उन्हें आवाज़ मारी, मैनू तुरे जांदे नूं कहन लगा, ओ गुरलाल सिंह
ਤੇ ਮੈਂ ਪਿੱਛਾ ਭੌਂ ਕੇ ਦੇਖਿਆ। ਜਦੋਂ ਮੈਂ ਕਿਹਾ ਆਵਾਜ਼ ਦਿੱਤੀ ਆ, ਉਹ ਗੱਡੀ ਤੋਂ ਉਤਰਿਆ ਤੇ ਉਤਰ ਕੇ ਮੈਨੂੰ ਜੱਫੀ ਪਾ ਕੇ ਮਿਲਿਆ ਤੇ ਉਹਨੇ ਲਿਖਿਆ, ਸੰਤ ਫਲਾਨਾ ਸਿੰਘ। ਅਸੀਂ ਤੁਹਾਨੂੰ ਇਕੱਠੇ ਰਹੇ ਸੀਗੇ, ਮਿਲਦੇ ਜੁਲਦੇ ਸੀਗੇ। ਤੇ ਮੈਂ ਉਹਨੂੰ ਹੱਸ ਕੇ ਕਿਹਾ, ਮੈਂ ਕਿਹਾ ਤੂੰ ਬਈ ਸੰਤ ਕਦੋਂ ਬਣ ਗਿਆ? ਉਹਨੇ ਮੈਨੂੰ ਗੱਲ ਕਹੀ ਅੱਗੋਂ ਤੇ ਮੈਨੂੰ ਬੜੀ ਵਧੀਆ ਲੱਗੀ ਵੈਸੇ ਗੱਲ। ਉਹ ਮੈਨੂੰ ਕਹਿੰਦਾ, ਗਿਆਨੀ ਜੀ ਮਾਫ ਕਰਨਾ, ਜੇ ਮੈਂ ਸੰਤ ਲਿਖਾਇਆ ਤੇ ਮੈਂ ਗੱਡੀਆਂ ਤੇ ਚੜਿਆ ਫਿਰਦਾ, ਜੇ ਤੁਸੀਂ ਸੰਤ ਨਹੀਂ ਲਿਖਾਇਆ ਤੇ ਬੱਸਾਂ ਤੇ ਧੱਕੇ ਖਾਂਦੇ ਫਿਰਦੇ ਹੋ। ਅਸਲ 'ਚ ਗੱਲ ਇਹ ਹੈ ਨਾ, ਉਹ ਰੀਸਾਂ ਤੇ ਲਵਾਉਣਾ ਕੁਝ ਹੋਰ ਆ, ਕਰਮ ਕਰਕੇ ਜੇ ਲੋਕ ਕਹਿਣ ਜਿਵੇਂ ਸੰਤ ਜਰਨੈਲ ਸਿੰਘ ਨੂੰ ਕਹਿੰਦੇ ਸੀ, ਉਹ ਗੱਲ ਕੁਝ ਹੋਰ ਹੈ। ਕਬੀਰ ਸਾਹਿਬ ਕੋਲੇ ਉਹ ਜਾ ਕੇ ਕਹਿੰਦਾ, ਮੈਂ ਵੀ ਭਗਤ ਬਣਨਾ, ਮੈਂ ਵੀ ਰੱਬ ਦਾ ਪਿਆਰਾ ਬਣਨਾ, ਮੇਰੇ ਤੇ ਵੀ ਕਿਰਪਾ ਕਰ, ਮੈਨੂੰ ਵੀ ਭਗਤ ਬਣਾ। ਤੇ ਕਬੀਰ ਸਾਹਿਬ ਤੇ ਜਾਣੀ ਜਾਣ ਸਨ। ਕਬੀਰ ਸਾਹਿਬ ਕਹਿਣ ਲੱਗੇ, ਲੋਈਏ ਏਦਾਂ ਕਰ, ਬੱਦਲ ਬੜਾ ਚੜਿਆ ਆਉਂਦਾ, ਬੱਦਲ ਬਹੁਤ ਜ਼ਿਆਦਾ, ਹੁਣ ਧੁੱਪ ਬੜੀ ਲੱਗੀ ਸੀਗੀ। ਉਹ ਸੋਚੇ ਜ਼ਿਮੀਂਦਾਰ ਜੱਟ ਵੀ ਬੱਦਲ ਤੇ ਹੈ ਨਹੀਂ ਕਿਸੇ ਪਾਸੇ, ਚਾਰ ਚੁਫੇਰੇ ਨੇ ਤੱਕਿਆ ਵੀ ਬੱਦਲ ਤਾਂ ਹੈ ਨਹੀਂ। ਕਹਿੰਦਾ ਚਲੋ ਆਪਾਂ ਵੀ ਭਗਤ ਬਣਦੇ ਹਾਂ। ਰੀਸਾਂ ਕਰੈ ਤਨਾੜੀਆਂ ਸੇਵੈ ਦਰ ਖੜੀਆਂ। ਕਹਿੰਦਾ ਚਲੋ ਆਪਾਂ ਵੀ ਬਣਦੇ ਹਾਂ ਭਗਤ। ਲੋਈ ਕਹਿਣ ਲੱਗੀ, ਹਾਂਜੀ ਬੱਦਲ ਬਹੁਤ ਚੜਿਆ ਹੁੰਦਾ। ਕਹਿਣ ਲੱਗਾ, ਏਦਾਂ ਕਰ, ਲੋਈਏ ਆਟੇ ਦੇ ਵਿੱਚ ਘਿਓ ਪਾ ਕੇ ਤੇ ਵਿੱਚ ਮਿੱਟੀ ਪਾ ਕੇ ਆਟੇ ਨੂੰ ਗੁੰਨ ਲਾ। ਲੋਈ ਕਹਿੰਦੀ, ਸਤ ਬਚਨ। ਕਹਿਣ ਲੱਗਾ, ਮੀਂਹ ਬੜਾ ਪੈਣ ਲੱਗ ਪਿਆ, ਜਿਹੜਾ ਆਟੇ ਦੇ ਵਿੱਚ ਮਿੱਟੀ ਪਾ ਕੇ ਘਿਓ ਨੂੰ ਗੁੰਨਿਆ ਨਾ, ਤੇ ਉਹਨੂੰ ਆਪਾਂ ਹੁਣ ਲੇਪਾ ਪੋਚੀ ਕਰੀਏ ਕੋਠੇ ਤੇ ਜਾ ਕੇ। ਉਹ ਕਹਿਣ ਲੱਗੀ, ਸਤ ਬਚਨ ਨੂੰ ਲੇਪਾ ਪੋਚੀ ਕਰਨ ਲੱਗ ਪਿਆ। ਭਗਤ ਕਬੀਰ ਜੀ ਲੋਈ ਵੀ। ਜ਼ਿਮੀਂਦਾਰ ਨੇ ਉਸ ਵੇਲੇ ਗੁਰੂ ਕੇ ਪਿਆਰਿਓ ਮਾਰੀ ਥਾਪੀ। ਕਹਿੰਦਾ, ਲੈ ਭਗਤ ਬਣਨਾ ਕਿੰਨਾ ਔਖਾ, ਇਹ ਤਾਂ ਸੌਖੀ ਜੀ ਖੇਡ ਆ। ਘਰੇ ਗਿਆ, ਘਰ ਵੱਲ ਨੂੰ ਜਾ ਕੇ ਕਹਿੰਦਾ, ਭਾਗਵਾਨ ਮੀਂਹ ਬੜਾ ਆ ਰਿਹਾ, ਬੱਦਲ ਬੜੇ ਆ ਰਹੇ ਨੇ। ਉਹ ਕਹਿੰਦੀ, ਤੈਨੂੰ ਕੀ ਹੋ ਗਿਆ, ਟੁੱਟ ਪੈਣੇ ਆ ਤੇਰੀਆਂ ਅੱਖਾਂ ਦੇ ਵਿੱਚ ਕੀ ਹੈ? ਬੱਦਲ ਤਾਂ ਕਿਸੇ ਪਾਸੇ ਦਿਸਦਾ ਨਹੀਂ। ਕਹਿੰਦਾ, ਮੈਂ ਭਗਤ ਬਣਨਾ। ਘਰ ਵਾਲਿਆਂ ਨੇ ਵੀ ਕਿਹਾ, ਮੁੰਡਿਆਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ। ਕਹਿੰਦੇ, ਹਾਂ ਦੱਸ। ਕਹਿੰਦਾ ਵੀ ਏਦਾਂ ਕਰ, ਆਟੇ ਦੇ ਵਿੱਚ ਘਿਓ ਦੇ ਵਿੱਚ ਮਿੱਟੀ ਪਾ ਕੇ ਗੁੰਨ, ਆਪਾਂ ਕੋਠੇ ਦੇ ਉੱਪਰ ਲਿਪਾਂਗੇ। ਉਹ ਕਹਿੰਦੀ, ਤੈਨੂੰ ਹੋਇਆ ਕੀ ਆ? ਤੇਰਾ ਦਿਮਾਗ ਸਹੀ ਹੈ? ਨਾ ਕੋਈ ਮੀਂਹ ਨਾ ਕੋਈ ਬੱਦਲ, ਮਿੱਟੀ ਦੇ ਵਿੱਚ ਆਟਾ ਪਾ ਕੇ ਘਿਓ ਪਾ ਕੇ ਕਿਹਨੇ ਭਾਵੇਂ ਇਹ ਮਿੱਟੀ ਨੂੰ ਗੁੰਨਿਆ ਇਸ ਤਰ੍ਹਾਂ ਆਟੇ ਘਿਓ ਨੂੰ? ਕਹਿੰਦਾ, ਆਪਾਂ ਲਿਪਣਾ। ਉਹ ਘਰ ਵਾਲੀ ਕਹਿਣ ਲੱਗੀ, ਕਹਿੰਦੀ, ਤੁਹਾਡਾ ਬਾਪੂ ਹੋ ਗਿਆ ਪਾਗਲ, ਇਹਨੂੰ ਮਾਰੋ ਸੰਗਲ, ਇਹ ਤੇ ਕਮਲਾ ਹੋ ਗਿਆ। ਸੰਗਲ ਵੱਜੇ ਤੇ ਭਗਤ ਕਬੀਰ ਜੀ ਲੰਘਦੇ ਟੱਪਦੇ ਆਏ। ਕਹਿਣ ਲੱਗੇ, ਕਿਵੇਂ ਆ ਭਗਤਾ? ਕਹਿੰਦਾ, ਜੀ ਮੈਂ ਤੇ ਭਗਤ ਬਣਦਾ ਸੀਗਾ। ਕਬੀਰ ਸਾਹਿਬ ਕਹਿਣ ਲੱਗੇ, ਭਗਤ ਬਣਨਾ ਕੋਈ ਸੌਖਾ ਨਹੀਂ ਪਿਆ, ਗੱਲਾਂ ਨਾਲ ਭਗਤ ਨਹੀਂ ਬਣਿਆ ਜਾਂਦਾ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲਾ ਗੇੜਾ ਆਖੀਆ, ਇੱਕ ਨਾਮ ਜਗਦੀਸ਼। ਇਹ ਤਰਾਹੇ ਪਤ ਪਵੜੀਆ, ਚੜੀਆ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਰੀਸਾਂ ਤੇ ਬੜੇ ਕਰਦੇ ਨੇ। ਆ ਸੁਣੋ ਮਹਾਰਾਜ ਕੀ ਕਹਿ ਰਹੇ ਨੇ। ਕਹਿੰਦੇ, ਬਿਨ ਸਾਵਣ ਘਨਹਰ ਗਾਜੈ, ਬਾਦਲ ਬਿਨ ਵਰਖਾ ਹੋਈ। ਬੱਦਲ ਤੋਂ ਬਿਨਾ ਕਹਿੰਦੇ ਵਰਖਾ ਹੋ ਰਹੀ ਆ। ਪਰ ਤੁਸੀਂ ਕਹੋਗੇ ਵੀ ਇਹ ਕਿਵੇਂ? ਕਿਉਂਕਿ ਆਪਾਂ ਨਹੀਂ ਜਾਣ ਸਕਦੇ। ਜਿਹੜੇ ਅੱਜ ਉੱਥੋਂ ਤੱਕ ਪਹੁੰਚੇ ਨਹੀਂ ਗਏ, ਉਹ ਵਿਚਾਰੇ ਜਾਣ ਤੇ ਸਕਦੇ ਨਹੀਂ, ਉੱਥੋਂ ਤੱਕ ਗਏ ਨਹੀਂ। ਕਹਿੰਦੇ ਜੀ ਇਹ ਸਭ ਕੁਝ ਹੁੰਦਾ ਹੀ ਨਹੀਂਗਾ। ਹੁਣ ਇਹਨੂੰ ਕੀ ਗੁਰਬਾਣੀ ਜਾਂਚ ਕਵਾਂਗੇ, ਕੀ ਇਹਨੂੰ ਜੀਵਨ ਜਾਂਚ ਕਵਾਂਗੇ? ਵੀ ਇਹ ਕਿਹੜੇ ਜੀਵਨ ਜਾਂਚ ਦੀ ਗੱਲ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ? ਜੀਵਨ ਜਾਂਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਆਲਸ ਈਰਖਾ ਵੈਰ ਵਿਰੋਧਤਾ, ਇਹ ਤੋਂ ਆਪਾਂ ਪਿੱਛੇ ਹਟਣਾ। ਮੈਂ ਵੀ ਕਹਿਣਾ ਉਹ ਇੱਕ ਜੀਵਨ ਜਾਂਚ ਹੈ। ਪਰ ਇਹਨੂੰ ਹੁਣ ਜੀਵਨ ਜਾਂਚ ਕਿੱਥੋਂ ਕਵਾਂਗੇ? ਇਹ ਤੇ ਬ੍ਰਹਮ ਦੀ ਗੱਲ ਕਰ ਰਹੇ ਆ ਨਾ। ਜੋ ਤਤ ਵਿਚਾਰੈ ਕੋਈ। ਤੇ ਮੈਂ ਬੇਨਤੀ ਕੀਤੀ ਭਗਤ ਨਾਮਦੇਵ ਜੀ ਨੂੰ, ਭਗਤ ਨਾਮਦੇਵ ਜੀ ਕਿਰਪਾ ਕਰਕੇ ਦੱਸੋ, ਢੋਲ ਮੜਿਆ ਨਹੀਂ ਪਰ ਵੱਜਦਾ ਹੈਗਾ, ਮੀਂਹ ਪੈਂਦਾ ਨਹੀਂ, ਬੱਦਲ ਹੈ ਨਹੀਂ, ਮੀਂਹ ਪੈਂਦਾ, ਸਾਉਣ ਦਾ ਮਹੀਨਾ ਨਹੀਂ, ਬੱਦਲ ਗੱਜਦੇ ਆ, ਇਹ ਕਿਵੇਂ ਹੋਵੇਗਾ? ਤੇ ਭਗਤ ਨਾਮਦੇਵ ਜੀ ਕਹਿੰਦੇ, ਪੁੱਤਰਾ ਜੋ ਤਤ ਵਿਚਾਰੈ ਕੋਈ, ਪਹਿਲਾਂ ਵਾਹਿਗੁਰੂ ਤਤ ਦੀ ਵਿਚਾਰ ਕਰਨੀ ਪੈਣੀ ਆ, ਬ੍ਰਹਮ ਤਤ ਦੀ ਵਿਚਾਰ ਕਰਨੀ ਪੈਣੀ ਆ। ਜਦੋਂ ਬ੍ਰਹਮ ਤਤ ਦੀ ਵਿਚਾਰ ਹੋਵੇਗੀ, ਅੰਦਰ ਅਣਹਦ ਵਾਜੇ ਵੱਜਣਗੇ, ਫਿਰ ਇਹ ਨਜ਼ਾਰਾ ਤੇ ਇਹ ਆਨੰਦ ਵੇਖਣ ਨੂੰ ਮਿਲੇਗਾ।
फिर मिलेगा। मोह को मिलियो राम स्नेही, जदों ये आनंद बन गया ना तो गुरु साहब कहन लगे मैनू वाहिगुरु अकाल पुरख परमात्मा मिल गया स्नेही प्यार करके। जेह मिलिया देह सो देही। सुनियो, रब नूं मिल के वाहिगुरु अकाल पुरख नूं मिल के जेह मिलिया, जेह उस वाहिगुरु नूं मिल के कहन लगे देह, देह दा अर्थ है शरीर, सो देही, पाठ इकट्ठा ही करना, सो देही भाव के सो दा अर्थ हुंदा श्रेष्ठ। पहला एक काया कमली सी, एक काया झल्ली सी, एक काया गाफल सी, एक काया नूं कुछ पता नहीं सीगा। हुण रब नूं मिली, परमात्मा नूं मिली, परमात्मा नूं मिल के पता लग गया एक काया नूं, ते एक काया भी कहन लगे सियाणे वर्गी हो गई। क्यों? गुरु ने मार्ग दस दिता ना, गुरु ने मार्ग दस दिता, रहाओ विश्राम दे के दसदे ने। मिल पारस कंचन होया, मिल गया गुरु नूं। जिवें लोहे नूं कंचन सियाणा बना दिंदा पारस, इउं गुरु नूं मिलिया। पहलां तू लोहे वर्गा सी, विकारां नाल भरिया पिया सीगा, ते हुण तू बन गया सियाणे वर्गा। गुरु दे जिहड़े गुण आ ओह तेरे विच आ गए। औगन रूपी लोहा कटिया गया ते पारस रूपी गुरु ने तैनू गुणा रूपी सियाणा बना दिता। पर किरपा किहने कीती? ये गुरु ने। मुख मनसा रतन परोया। हुण कहंदे मुख दे विच भी ते मनसा मन दे विच भी। मुख तो कंठ विच, कंठ तो हिरदे विच, ते हिरदे चों नाभि विच जांदा है। ये नोट करियो। मुख मनसा, जदों मुख तो जपिया ते मनसा मन विच आ गया। रतन परोया, नाम रूपी रतन कहंदे मेरे हिरदे दे विच परोया गया, परोया गया। निज भाओ भया परम भागा। निज मेरा भाओ प्रेम वाहिगुरु दे नाल भया प्राप्त हो गया। भरम भागा, जिहड़ा भरम सी ना, वह भागा नाश हो गया, खत्म हो गया। गुर पूछे मन पति आगा। गुरु नूं मैं पुछया सीगा। नोट करियो, गुरु तो बिना कोई मार्ग नहीं दिखा सकता। जिथे मर्जी चल जावो, गुरु तो बिना ना कोई मार्ग नहीं दिखा सकता। गुरु का अर्थ गो रू, गो का अर्थ अज्ञान, रू का अर्थ प्रकाश, जिहड़ा हिरदे दे विचों अज्ञान रूपी हनेरे नूं दूर करके ज्ञान का प्रकाश करता, उहनूं कहंदे गुरु। गुर पूछे, मैं गुरु नूं पुछया। मैनू गुरु कहंदा मित्रा काम क्रोध लो मोह हंकार छड्ड। मैनू गुरु कहन लगा, कहंदा बुरे कर्म छड्ड। मैनू गुरु कहन लगा चुगली छड्ड। मैनू गुरु कहंदा निंदिया छड्ड। जिहड़ा गुरु दा मार्ग आ ना, ये खन हो तिखी वल हो निक्की एत मार्ग जाना। ये बड़ा पैखड़ा मार्ग है। गुर पूछे, गुरु नूं पुछया मन पति आगा। हुण कहन लगे मेरा मन पतीज गया, खुश हो गया। जल भीतर कुंभ समान्या। जल भीतर, जल दा अर्थ खुला जल जिवें समुंदर, भीतर विच कुंभ समान्या। हुण एक कुंभ दा अर्थ घड़ा, घड़े दा पानी वखरा है, एक समुंदर दा पानी वखरा है। आपां घड़े दे पानी आ, जिहड़ा परमात्मा वो एक समुंदर दी न्याई आ। जिन्ना चਿਰ ਅਸੀਂ परमात्मा ਦੇ ਨਾਲ ਸਾਡਾ ਮਿਲਾਪ ਨਹੀਂ, ਉਹਨਾਂ ਚਿਰ ਅਸੀਂ ਵੱਖਰੇ ਆ। ਜਦੋਂ ਵਾਹਿਗੁਰੂ ਅਕਾਲ ਪੁਰਖ परमात्मा ਨਾਲ ਸਾਡਾ ਮਿਲਾਪ ਹੋ ਗਿਆ, ਹੁਣ ਘੜਾ ਕਿੱਥੇ ਹੈ ਤੇ ਪਾਣੀ ਕਿੱਥੇ ਹੈ? ਨੋਟ ਕਰਿਓ। ਘੜਾ ਕਰਕੇ ਪਾਣੀ ਵੱਖਰਾ ਪ੍ਰਤੀਤ ਹੋ ਰਿਹਾ ਸੀ, ਪਰ ਹੈ ਉਹਦੇ ਵਿੱਚ ਸਮੁੰਦਰ ਦਾ ਅੰਸ਼ ਪਾਣੀ ਹੈ। ਪਰ ਵੱਖਰਾ ਕਿਹਦੇ ਕਰਕੇ ਹੋ ਰਿਹਾ? ਘੜਾ ਕਰਕੇ, विकारा करके, संसार करके, आ जो कुछ मोह आदक बंधना करके असी वखरे प्रतीत हो रहे हैं। जदों काम क्रोध लोभ मोह हंकार विकार बंधन टुट गए, उस वेले विकारां रूपी बंधन टुटण दे नाल घड़ा फुटेगा। फिर जिहड़ा साडे अंदर परमात्मा दी आत्मा अंश आ ना, जल भीतर कुंभ समाने आ, उहदे विच असी समा जावांगे। सब राम एक कर जाने आ। जदों उहदे विच समा के फिर की जाणिया जावेगा? फिर जानिया जाएगा सब कट राम बोले, रामा बोले राम बिना को बोले रे, ये जानिया जाएगा। गुर चेले है मन मानिया।
ਗੁਰੂ ਦੀ ਕਿਰਪਾ ਦੇ ਨਾਲ ਚੇਲੇ ਦਾ ਮਨ ਮੰਨਿਆ ਗਿਆ। ਗੁਰੂ ਦੀ ਕਿਰਪਾ ਦੇ ਨਾਲ ਜਨ ਨਾਮੈ ਤਤ ਪਛਾਨਿਆ, ਬੜਾ ਕਮਾਲ ਦਾ ਸ਼ਬਦ ਸੀਗਾ। ਇਹਦੀ ਵਿਆਖਿਆ ਅਰਥਾਂ ਕਰਕੇ ਸ਼ਬਦ ਦੀ ਵਿਆਖਿਆ ਹੋ ਗਈ, ਪਰ ਪ੍ਰੈਕਟੀਕਲ ਜਿਹੜਾ ਗੁਰੂ ਕੇ ਪਿਆਰਿਓ ਇਹ ਜੀਵਨ ਬਣ ਜਾਵੇ, ਇਦਾਂ ਗੁਰੂ ਕਿਰਪਾ ਕਰੇ। ਜਨ ਨਾਮੈ ਤਤ ਪਛਾਨਿਆ, ਕਹਿੰਦੇ ਭਗਤ ਨਾਮਦੇਵ ਜੀ ਨੇ ਜਦੋਂ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਪਛਾਣ ਲਿਆ, ਗੁਰੂ ਕਿਰਪਾ ਕਰੇ, ਗੁਰੂ ਰਹਿਮਤ ਕਰੇ। ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਔਰ ਕੋਟਾਨ ਕੋਟ ਧੰਨਵਾਦ ਇੱਥੋਂ ਦੇ ਸਤਿਕਾਰਯੋਗ ਬਾਬਾ ਹਰਜੀਤ ਸਿੰਘ ਜੀ, ਜਿਨ੍ਹਾਂ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਰਹਿਮਤ ਗੁਰਮਤਿ ਪ੍ਰਚਾਰ ਦੇ ਲਈ, ਗੁਰਸਿੱਖੀ ਦੇ ਪ੍ਰਚਾਰ ਦੇ ਲਈ, ਔਰ ਬੱਚਿਆਂ ਨੂੰ ਵੀ ਪੜ੍ਹਾ ਰਹੇ ਨੇ। ਔਰ ਗੁਰੂ ਰਹਿਮਤ ਹੈ, ਨਿਮਰਤਾ ਪਿਆਰ ਸਤਿਕਾਰ ਹੈ। ਔਰ ਇੱਕ ਮੈਂ ਹੋਰ ਬੇਨਤੀ ਕਰ ਦਿੰਦਾ, ਜਿਹੜੇ ਮੈਨੂੰ ਤੇ ਗੁਰੂ ਕੇ ਪਿਆਰੋ ਕਹਿਣਾ ਵੀ ਨਹੀਂ ਆਉਂਦਾ, 96 ਦੀ ਕੀ ਕਹਿੰਦੇ ਉਹ, ਚਲੋ ਮੈਂ ਕੀ ਬੋਲਾਂ, ਉਹਨਾਂ ਨੂੰ ਵੀ ਠੁਕਵਾਂ ਜਵਾਬ ਦਿੰਦੇ ਨੇ। ਬੜੀ ਕਿਰਪਾ ਇਹਨਾਂ ਤੇ ਗੁਰੂ ਸਾਹਿਬ ਦੀ। ਕੋਟਾਨ ਕੋਟ ਧੰਨਵਾਦ ਮਹਾਂਪੁਰਖਾਂ ਦਾ, ਔਰ ਧੰਨਵਾਦ ਆਪ ਪ੍ਰਬੰਧਕ ਸੱਜਣਾਂ ਦਾ, ਸਮੁੱਚੀ ਸੰਗਤ ਦਾ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।